ਮੋਦੀ ਕੈਬਨਿਟ ਵਿਸਤਾਰ ਦੇ 15 ਕੈਬਨਿਟ ਅਤੇ 28 ਰਾਜ ਮੰਤਰੀਆਂ ਨੇ ਲਿਆ ਹਲਫ। ਹਰਦੀਪ ਪੁਰੀ ਅਤੇ ਅਨੁਰਾਗ ਠਾਕੁਰ ਸਣੇ 10 ਦਾ ਪ੍ਰਮੋਸ਼ਨ, 33 ਨਵੇਂ ਚਿਹਰਿਆਂ ਨੂੰ ਮੌਕਾ। ਫਿਰ ਬਦਲ ਦੇ ਵਿੱਚ ਮੋਦੀ ਸਰਕਾਰ ਦੇ ਕਈ ਵੱਡੇ ਚਿਹਰਿਆਂ ਦੀ ਛੁੱਟੀ। ਡਾਕਟਰ ਹਰਸ਼ਵਰਧਨ, ਰਵਿਸ਼ੰਕਰ ਪ੍ਰਸਾਦ ਨੇ ਦਿੱਤਾ ਅਸਤੀਫਾ। ਪ੍ਰਕਾਸ਼ ਜਾਵੜੇਕਰ ਅਤੇ ਰਮੇਸ਼ ਪੋਖਰਿਆਲ ਵੀ ਕੈਬਨਿਟ ਤੋਂ ਬਾਹਰ। ਗੁਰਨਾਮ ਚੜੂਨੀ ਦੇ ਬਿਆਨ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਤਰਾਜ਼। ਕਿਹਾ ਚੋਣ ਲੜਨ ਦਾ ਨਹੀਂ ਕੋਈ ਇਰਾਦਾ, ਚੜੂਨੀ ਨੂੰ ਹੋਣਾ ਚਾਹੀਦਾ ਹੈ ਜ਼ਿੰਮੇਵਾਰੀ ਦਾ ਅਹਿਸਾਸ। ਚੜੂਨੀ ਨੇ ਕਿਸਾਨ ਆਗੂਆਂ ਨੂੰ ਚੋਣਾਂ ਲੜ ਕੇ ਪੰਜਾਬ 'ਚ ਸਰਕਾਰ ਬਣਾਉਣ ਦੀ ਦਿੱਤੀ ਹੈ ਨਸੀਹਤ। ਚੜੂਨੀ ਦੇ ਬਿਆਨ ਨੂੰ ਲੈ ਕੇ ਬੀਜੇਪੀ ਵੀ ਹਮਲਾਵਰ। ਕਿਹਾ ਕਿਸਾਨ ਆਗੂਆਂ ਦੀ ਮਨਸ਼ਾ ਆ ਰਹੀ ਸਾਹਮਣੇ, ਹੌਲੀ ਹੌਲੀ ਆਮ ਕਿਸਾਨਾਂ ਨੂੰ ਆਵੇਗੀ ਸਮਝ, ਉਹਨਾਂ ਦਾ ਕੀਤਾ ਗਿਆ ਇਸਤੇਮਾਲ। ਬਿਜਲੀ ਸਮਝੌਤਿਆਂ ਦੇ ਬਹਾਨੇ ਨਵਜੋਤ ਸਿੱਧੂ ਦਾ ਅਕਾਲੀ ਦਲ ਤੇ ਵੱਡਾ ਹਮਲਾ। ਬੋਲੇ ਬਿਜਲੀ ਸਮਝੌਤੇ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਦੀ ਉਦਾਹਰਣ, ਲੋਕਾਂ ਦੇ ਲਈ ਨਹੀਂ ਬਾਦਲਾਂ ਦੀ ਭਲਾਈ ਦੇ ਲਈ ਕੀਤੇ ਗਏ ਬਿਜਲੀ ਸਮਝੌਤੇ। ਬਿਜਲੀ ਸੰਕਟ ਨੂੰ ਲੈ ਕੇ ਅਕਾਲੀ ਦਲ ਦਾ ਕੈਪਟਨ ਸਰਕਾਰ ਤੇ ਨਿਸ਼ਾਨਾ। ਸੁਖਬੀਰ ਬਾਦਲ ਨੇ ਮੌਜੂਦਾ ਹਾਲਾਤ ਨੂੰ ਦੱਸਿਆ ਪਾਵਰ ਲਾਕਡਾਊਨ। ਕਿਹਾ ਇੰਡਸਟਰੀ ਨੂੰ ਹੋ ਰਿਹਾ ਹੈ ਬੇਹੱਦ ਨੁਕਸਾਨ, ਲਗਾਤਾਰ ਵੱਧ ਰਹੀ ਡਿਮਾਂਡ ਪਰ ਇੰਤਜ਼ਾਮ ਕਰਨ ਦੇ ਵਿੱਚ ਸਰਕਾਰ ਨਾਕਾਮ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ। ਰੋਹਤਕ ਦੇ ਵਿੱਚ ਰੀਅਲ ਐਸਟੇਟ ਡਿਵੈਲਪਰ ਨੂੰ ਜ਼ਮੀਨ ਜਾਰੀ ਕਰਨ ਦੇ ਮਾਮਲੇ ਦੀ ਹੋਵੇਗੀ ਸੀਬੀਆਈ ਜਾਂਚ, ਸੁਪਰੀਮ ਕੋਰਟ ਦੇ ਆਦੇਸ਼। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ, ਜਿਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਪੁਲਿਸ ਨੂੰ ਬੈਂਸ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਨੇ। ਬੈਂਸ ਦੇ ਖਿਲਾਫ ਬਲਾਤਕਾਰ ਦੇ ਇਲਜ਼ਾਮ ਲਗਾਏ ਗਏ ਸਨ ਇੱਕ ਮਹਿਲਾ ਦੇ ਵੱਲੋਂ, ਤੇ ਉਸ ਤੋਂ ਬਾਅਦ ਹੁਣ ਅਦਾਲਤ ਦਾ ਰੁਖ ਕੀਤਾ ਗਿਆ। ਤੇ ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਕਿਹਾ ਕਿ ਬੈਂਸ ਦੇ ਖਿਲਾਫ ਮਾਮਲਾ ਦਰਜ ਕਰੋ। ਪੀੜਤ ਦੇ ਵਕੀਲ ਹਰੀਸ਼ ਰਾਏ ਟਾਂਡਾ ਨੇ ਕਿਹਾ ਕਿ ਇਹ ਕਾਨੂੰਨ ਦੀ ਵੱਡੀ ਜਿੱਤ ਹੈ। ਪਿਛਲੇ ਕਈ ਮਹੀਨਿਆਂ ਤੋਂ ਪੀੜਤ ਇਨਸਾਫ ਦੀ ਗੁਹਾਰ ਲਗਾ ਰਹੀ ਸੀ। ਸਿਮਰਜੀਤ ਸਿੰਘ ਬੈਂਸ ਵਿਧਾਇਕ ਨੇ, ਹੁਣ ਦੇ ਭਰਾ ਬਲਵਿੰਦਰ ਬੈਂਸ ਵੀ ਵਿਧਾਇਕ ਨੇ। ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦੇ ਮੁਖੀ ਨੇ। ਹਾਲਾਂਕਿ ਸਿਮਰਜੀਤ ਬੈਂਸ ਜਿਹੜੇ ਇਲਜ਼ਾਮ ਨੇ ਉਹਨਾਂ ਨੂੰ ਨਕਾਰ ਚੁੱਕੇ ਨੇ ਪਹਿਲਾਂ ਕਈ ਵਾਰ। ਕਹਿ ਰਹੇ ਪੂਰਾ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਸਿੱਧਾ ਜਿਹਾ ਗੱਲ ਹੈ ਕਿ ਨਹੀਂ ਇਸ ਪੂਰੇ ਮਾਮਲੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ, ਤਾਂ ਹੁਣ ਅਦਾਲਤ ਨੇ ਕਿਹਾ ਕਿ ਮਾਮਲਾ ਦਰਜ ਕਰੋ। ਕੋਸ਼ਿਸ਼ ਕਰਾਂਗੇ ਕਿ ਪੀੜਿਤ ਮਹਿਲਾ ਦੇ ਵਕੀਲ ਕੀ ਕੁਝ ਕਹਿ ਰਹੇ ਨੇ, ਤੁਹਾਨੂੰ ਸੁਣਵਾਈਏ। ਸੁਣਾਵਾਂਗੇ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਵਕੀਲ। ਪਰ ਰੁਕ ਕਰਦੇ ਹਾਂ ਲੁਧਿਆਣਾ ਤੋਂ, ਸਾਡੇ ਸਹਿਯੋਗੀ ਜਸਵੀਰ ਬਰਾੜ ਸਾਡੇ ਨਾਲ ਨੇ। ਜਸਵੀਰ, ਕੀ ਕੁਝ ਪੂਰਾ ਮਾਮਲਾ ਦੱਸੋ, ਕੀ ਕੁਝ ਅਦਾਲਤ ਨੇ ਕਿਹਾ, ਕਦੋਂ ਦਾ ਮਾਮਲਾ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਗੌਰਵ, ਬਿਲਕੁਲ ਮਾਮਲਾ ਜਿਹੜਾ ਸੀਗਾ ਇਹ ਬਹੁਤ ਪੁਰਾਣਾ ਮਾਮਲਾ, ਲਗਭਗ 6 ਮਹੀਨੇ ਦੇ ਕਰੀਬ ਹੋ ਚੁੱਕਿਆ। ਕਿਉਂਕਿ ਇੱਕ ਜਿਹੜੀ ਮਹਿਲਾ ਸੀਗੀ ਉਹਨੇ ਹੀ ਜਿਹੜਾ ਹਲਕਾ ਆਤਮਨਗਰ ਦੇ ਵਿਧਾਇਕ ਨੇ ਸਿਮਰਜੀਤ ਸਿੰਘ ਬੈਂਸ, ਉਹਨਾਂ ਤੇ ਆਰੋਪ ਲਗਾਏ ਸੀਗੇ ਕਿ ਇਹਨਾਂ ਨੇ ਆਪਣੇ ਹੀ ਕੈਬਨ ਦੇ ਅੰਦਰ ਤੇ ਨਾਲ ਜਿਹੜਾ ਮੇਰੇ ਨਾਲ ਰੇਪ ਕੀਤਾ, ਤੇ ਨਾਲ ਹੀ ਇੱਕ ਲੇਡੀ ਹੋਰ ਹੈ ਉਸਦੇ ਘਰ ਦੇ ਵਿੱਚ ਵੀ, ਜਿਹਨੂੰ ਭਾਬੀ ਕਿਹਾ ਜਾਂਦਾ, ਉਹਦੇ ਘਰ ਦੇ ਵਿੱਚ ਵੀ ਮੇਰੇ ਨਾਲ ਜਿਹੜਾ ਸਿਮਰਜੀਤ ਬੈਂਸ ਨੇ ਕਈ ਵਾਰੀ ਰੇਪ ਕੀਤਾ। ਲਗਾਤਾਰ ਜਿਹੜਾ ਪੁਲਿਸ ਦੇ ਕੋਲੋਂ ਜਿਹੜੀ ਹੈ ਮਹਿਲਾ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਸੀ, ਪ੍ਰਦਰਸ਼ਨ ਵੀ ਕੀਤੇ ਗਏ ਸੀ, ਧਰਨੇ ਤੇ ਵੀ ਬੈਠੀ ਰਹੀ ਮਹਿਲਾ। ਪਰ ਕੋਰਟ ਦੇ ਵੱਲੋਂ ਜਿਹੜਾ ਅੱਜ ਹਰੀਸ਼ ਰਾਏ ਟਾਂਡਾ ਜਿਹੜੇ ਇਸ ਕੇਸ ਦੀ ਜਿਹੜੀ ਪੂਰੀ ਪੈਰਵਾਈ ਕਰ ਰਹੇ ਸੀ, ਉਹਨਾਂ ਦੇ ਮੁਤਾਬਕ ਜਿਹੜਾ ਹੈ ਕਿ ਹੁਣ ਜਿਹੜਾ ਆਰਡਰ ਕਰ ਦਿੱਤੇ ਗਏ ਨੇ ਡਿਵੀਜ਼ਨ ਨੰਬਰ 6 ਨੂੰ ਜਿਹੜਾ ਹੈ ਇਸ ਦੀ ਇਨਵੈਸਟੀਗੇਸ਼ਨ ਕਰਕੇ ਜਿਹੜਾ ਮਾਮਲਾ ਸਿਮਰਜੀਤ ਸਿੰਘ ਬੈਂਸ ਜਿੰਨੇ ਵੀ ਅਕਿਊਜ਼ਡ ਹੈਗੇ ਆ ਉਹਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਕੀਤਾ ਜਾਵੇ। ਜੀ, ਅਤੇ ਪੁਲਿਸ ਦੇ ਵੱਲੋਂ ਕਿਉਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਸੀ? ਕਿਉਂਕਿ ਇੱਕ ਮਹਿਲਾ ਪਹੁੰਚਦੀ ਹੈ ਕੰਪਲੇਂਟ ਕਰਨ ਦੇ ਲਈ, ਲਿਖਤੀ ਤੌਰ ਦੇ ਉੱਤੇ ਕਿਸੇ ਦੇ ਉੱਤੇ ਇਲਜ਼ਾਮ ਲਗਾ ਰਹੀ ਹੈ। ਬੇਸ਼ੱਕ ਕੋਈ ਵਿਧਾਇਕ ਹੈ, ਕਿਸੇ ਪਾਰਟੀ ਦਾ ਪ੍ਰਧਾਨ ਹੈ, ਕਾਨੂੰਨ ਤਾਂ ਸਭ ਦੇ ਲਈ ਇੱਕ ਹੈ। ਪੁਲਿਸ ਦਾ ਕੀ ਤਰਕ ਸੀ ਇਸ ਪੂਰੇ ਮਾਮਲੇ 'ਚ? ਬਿਲਕੁਲ ਗੌਰਵ, ਸਭ ਤੋਂ ਪਹਿਲਾਂ ਜਿਹੜੀ ਹੈ ਮਹਿਲਾ ਦੇ ਵੱਲੋਂ ਜਿਹੜੀ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਿਹੜੇ ਉਹਨਾਂ ਨੂੰ ਜਿਹੜੀ ਲਿਖਤ ਦੇ ਵਿੱਚ ਕੰਪਲੇਂਟ ਕੀਤੀ ਗਈ ਸੀ ਕਿ ਮੇਰੇ ਨਾਲ ਜਿਹੜਾ ਹੈ ਮੌਜੂਦਾ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਬਲਾਤਕਾਰ ਕੀਤਾ ਗਿਆ। ਇਸ ਨੂੰ ਲੈ ਕੇ ਪੁਲਿਸ ਹਮੇਸ਼ਾ ਜਿਹੜੀ ਹੈ ਉਹ ਟਾਲ ਮਟੋਲ ਜਿਹੜੀ ਹੈ
ਉਹ ਕਰਦੀ ਰਹੀ। ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਰਾਜਨੀਤਿਕ ਜਿਹੜਾ ਦਬਾਅ ਸੀਗਾ ਉਹ ਪੁਲਿਸ ਤੇ ਪੈ ਰਿਹਾ ਸੀ, ਜਿਸ ਕਰਕੇ ਜਿਹੜਾ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਦੇਰੀ ਹੋ ਰਹੀ ਸੀ, ਜਿਸ ਨੂੰ ਲੈ ਕੇ ਜਿਹੜਾ ਹੈ ਪਿਛਲੇ ਦਿਨੀ ਜਿਹੜਾ ਹੈ ਜਿਹੜੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਨਾਲ ਮਿਲ ਕੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਹਰੀਸ਼ ਰਾਏ ਢਾਂਡਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦਾ ਕੇਸ ਉਹ ਖੁਦ ਲੜਨਗੇ, ਪੈਰਵਾਈ ਕਰਨਗੇ ਤੇ ਅੱਜ ਜਿਹੜਾ ਹੈ ਜਿਹੜੇ ਆਰਡਰ ਹੋਏ ਨੇ ਉਹ ਕਾਨੂੰਨ ਦੀ ਇੱਕ ਵੱਡੀ ਜਿੱਤ ਦੱਸ ਰਹੇ ਨੇ ਹਰੀਸ਼ ਰਾਏ ਢਾਂਡਾ ਕਿ ਕਾਨੂੰਨ ਦੀ ਵੱਡੀ ਜਿੱਤ ਆ ਤੇ ਹੁਣ ਲੱਗਦਾ ਹੈ ਕਿ ਜਿਹੜਾ ਪੀੜਤ ਮਹਿਲਾ ਨੂੰ ਜਿਹੜਾ ਇਨਸਾਫ ਮਿਲ ਜੂਗਾ। ਰਾਜਨੀਤਿਕ ਦਬਾਅ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਪੁਲਿਸ ਤੇ ਨਜ਼ਰ ਆ ਰਿਹਾ ਸੀ। ਸਿਮਰਜੀਤ ਸਿੰਘ ਬੈਂਸ ਦੀ ਕੋਈ ਸਟੇਟਮੈਂਟ ਇਸ ਪੂਰੇ ਮਾਮਲੇ 'ਚ ਹੁਣ ਤੱਕ? ਬਿਲਕੁਲ ਗੌਰਵ, ਹਾਲੇ ਤੱਕ ਜਿਹੜਾ ਹੈ ਉਹਨਾਂ ਦੇ ਨਾਲ ਰਾਬਤਾ ਜਿਹੜਾ ਕਾਇਮ ਨਹੀਂ ਹੋ ਪਾਇਆ, ਕਿਉਂਕਿ ਜੇ ਥੋੜੀ ਦੇਰ ਪਹਿਲਾਂ ਹੀ ਜਿਹੜੀ ਹੈ ਇਸ ਮਾਮਲੇ ਦੀ ਜਿਹੜੀ ਕਾਪੀ ਸਾਡੇ ਕੋਲ ਪਹੁੰਚੀ ਹੈ, ਉਸ ਤੋਂ ਬਾਅਦ ਹੀ ਜਿਹੜਾ ਹੈ ਕਿਉਂਕਿ ਉਸਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਊਗੀ ਤੇ ਉਹਨਾਂ ਦਾ ਕੀ ਕਹਿਣਾ ਹੈ ਥੋੜੀ ਦੇਰ ਬਾਅਦ ਜਿਹੜਾ ਹੈ ਉਹ ਆਪਣਾ ਸਪਸ਼ਟੀਕਰਨ ਇਸ ਮਾਮਲੇ ਤੇ ਜਿਹੜਾ ਜ਼ਰੂਰ ਦੇਣਗੇ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਲਈ। ਵੱਡੀ ਖਬਰ ਹੈ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਆਪਣੇ ਬੇਬਾਕ ਬਿਆਨਾਂ ਦੀ ਵਜ੍ਹਾ ਦੇ ਨਾਲ ਸਿਮਰਜੀਤ ਸਿੰਘ ਬੈਂਸ ਜਾਣੇ ਜਾਂਦੇ ਨੇ ਤੇ ਲੁਧਿਆਣਾ ਦੇ ਪੂਰੇ ਇਲਾਕੇ ਦੇ ਵਿੱਚ ਚੰਗਾ ਪ੍ਰਭਾਵ ਉਹਨਾਂ ਦਾ ਕਿਹਾ ਜਾਂਦਾ ਹੈ। ਜਿਸ ਤਰੀਕੇ ਨਾਲ ਉਹਨੇ ਆਪਣੀ ਖੁਦ ਪਾਰਟੀ ਖੜੀ ਕੀਤੀ ਤੇ LIP ਲੋਕ ਇਨਸਾਫ ਪਾਰਟੀ ਦੇ 2 ਵਿਧਾਇਕ ਜਿੱਤਦੇ ਨੇ। 2017 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਨੇ ਗੱਠਜੋੜ ਕਰ ਲਿਆ ਸੀ, ਹਾਲਾਂਕਿ ਉਹ ਬਾਅਦ ਦੇ ਵਿੱਚ ਗੱਠਜੋੜ ਟੁੱਟ ਗਿਆ। ਪਰ ਸਿਮਰਜੀਤ ਬੈਂਸ ਸਿਆਸਤ ਦੇ ਵਿੱਚ ਬਹੁਤ ਐਕਟਿਵ ਨਜ਼ਰ ਆਉਂਦੇ ਨੇ, ਖਾਸ ਤੌਰ ਤੇ ਆਪਣੇ ਬਿਆਨਾਂ ਨੂੰ ਲੈ ਕੇ, ਆਪਣੇ ਬੋਲਣ ਦੇ ਸਟਾਈਲ ਨੂੰ ਲੈ ਕੇ ਜਾਂ ਜਿਸ ਤਰੀਕੇ ਨਾਲ ਉਹ ਤਿੱਖੇ ਸ਼ਬਦੀ ਹਮਲੇ ਕਰਦੇ ਨੇ। ਪਰ ਇਸ ਸਮੇਂ ਮੁਸ਼ਕਲਾਂ ਜ਼ਰੂਰ ਵਧਦੀਆਂ ਨਜ਼ਰ ਆ ਰਹੀਆਂ ਨੇ। ਇੱਕ ਮਹਿਲਾ ਦੇ ਵੱਲੋਂ ਰੇਪ ਦੇ ਇਲਜ਼ਾਮ ਲਗਾਏ ਗਏ ਸੀ, ਪੁਲਿਸ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਪਰਚਾ ਨਹੀਂ ਦਰਜ ਕੀਤਾ, ਮਾਮਲਾ ਨਹੀਂ ਦਰਜ ਕੀਤਾ ਤੇ ਉਸ ਤੋਂ ਬਾਅਦ ਮਹਿਲਾ ਦੇ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਤੇ ਹੁਣ ਅਦਾਲਤ ਨੇ ਕਿਹਾ ਕਿ ਸਿਮਰਜੀਤ ਬੈਂਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਪੁਲਿਸ ਨੂੰ ਆਦੇਸ਼ ਦਿੱਤੇ ਗਏ ਨੇ। ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਪੀੜਤ ਮਹਿਲਾ ਦੇ ਵਕੀਲ ਦੇ ਵੱਲੋਂ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਚੜੂਨੀ ਦੇ ਬਿਆਨ ਦੇ ਉੱਤੇ ਪੰਜਾਬ ਦੀਆਂ ਜਥੇਬੰਦੀਆਂ ਇਤਰਾਜ਼ ਜਤਾ ਰਹੀਆਂ ਨੇ। ਜਿਹਾਂ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਤੇ ਕਿਹਾ ਗਿਆ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਮਿਸ਼ਨ ਪੰਜਾਬ ਦੇ ਉੱਤੇ ਫੋਕਸ ਕਰਨਾ ਚਾਹੀਦਾ ਤੇ ਪੰਜਾਬ ਦੇ ਵਿੱਚ ਚੋਣਾਂ ਜਿੱਤ ਕੇ ਸਰਕਾਰ ਬਣਾਉਣੀ ਚਾਹੀਦੀ ਹੈ। ਤੇ ਇਸ ਬਿਆਨ ਨੂੰ ਲੈ ਕੇ ਜਥੇਬੰਦੀਆਂ ਨੇ ਇਤਰਾਜ਼ ਜਤਾਇਆ, ਚੜੂਨੀ ਦੇ ਬਿਆਨ ਤੇ ਇਤਰਾਜ਼ ਜਤਾਇਆ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬਿਆਨ ਦੇ ਕੇ ਚੜੂਨੀ ਨੇ ਵੱਡੀ ਗਲਤੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਚੋਣ ਲੜਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਗੁਰਨਾਮ ਚੜੂਨੀ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਹਰਿਆਣਾ ਦੇ ਵਿੱਚ ਬੈਠੇ ਚੜੂਨੀ ਪੰਜਾਬ ਦੀ ਚਿੰਤਾ ਨਾ ਕਰਨ। 9 ਮੈਂਬਰੀ ਕਮੇਟੀ ਨੂੰ ਚੜੂਨੀ ਤੋਂ ਸਪਸ਼ਟੀਕਰਨ ਲੈਣ ਦੇ ਲਈ ਵੀ ਕਹਾਂਗਾ ਹੈ। ਬਲਬੀਰ ਰਾਜੇਵਾਲ ਦੇ ਵੱਲੋਂ ਕਿਹਾ ਗਿਆ ਹੈ ਚੜੂਨੀ ਨੇ ਪੰਜਾਬ ਦੇ ਕਿਸਾਨਾਂ ਨੂੰ ਚੋਣ ਲੜਨ ਦੀ ਨਸੀਹਤ ਦਿੱਤੀ। ਕਿਹਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ, ਮਿਸ਼ਨ ਪੰਜਾਬ ਦੇ ਉੱਤੇ ਫੋਕਸ ਕੀਤਾ ਜਾਵੇ, ਸਰਕਾਰ ਬਣਾਈ ਜਾਵੇ। ਇਹ ਗੁਰਨਾਮ ਸਿੰਘ ਚੜੂਨੀ ਦੀ ਸਟੇਟਮੈਂਟ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਬਣਾ ਕੇ ਇੱਕ ਉਦਾਹਰਣ ਪੇਸ਼ ਕੀਤੀ ਜਾਵੇ ਸਿਆਸਤਦਾਨਾਂ ਦੇ ਸਾਹਮਣੇ ਕਿ ਕਿਵੇਂ ਸਿਆਸਤ ਹੋ ਸਕਦੀ ਹੈ, ਕਿਵੇਂ ਸਰਕਾਰਾਂ ਚਲਾਈਆਂ ਜਾ ਸਕਦੀਆਂ ਨੇ। ਉਸ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਜਥੇਬੰਦੀਆਂ ਨੇ ਕੋਈ ਫੈਸਲਾ ਨਹੀਂ ਕੀਤਾ। ਗੁਰਨਾਮ ਸਿੰਘ ਚੜੂਨੀ ਦੀ ਉਹ ਨਿੱਜੀ ਰਾਏ ਹੋ ਸਕਦੀ ਹੈ, ਪਰ ਮੈਂ ਸਮਝਦਾ ਵੀ ਉਹਨੂੰ ਇੰਨੀ ਹੋਛੀ ਗੱਲ ਕਰਨੀ ਨਹੀਂ ਚਾਹੀਦੀ। ਬਿਨਾਂ ਫੈਸਲੇ ਤੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਦੂਸਰਿਆਂ ਵਾਸਤੇ ਕੁਝ ਕਹੇ। ਕੋਈ ਇਦਾਂ ਦਾ ਫੈਸਲਾ ਹੋਇਆ ਨਹੀਂ, ਕਿਸੇ ਨੇ ਈਵਨ ਇਹਦੇ ਤੇ ਵਿਚਾਰ ਤੱਕ ਵੀ ਨਹੀਂ ਕੀਤੀ। ਦਰਅਸਲ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ ਦਾ ਨਾਅਰਾ ਦਿੱਤਾ ਹੈ, ਜਿਸ ਦੇ ਤਹਿਤ ਉਹਨਾਂ ਕਿਸਾਨ ਆਗੂਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਨਸੀਹਤ ਦਿੱਤੀ ਹੈ। ਕੀ ਕੁਝ ਚੜੂਨੀ ਕਹਿੰਦੇ ਨੇ, ਰਿਪੋਰਟ ਦੇਖੋ। सबको मिलके मिशन पंजाब पे ध्यान देना चाहिए। ਹੁਣ ਤੱਕ ਕਿਸਾਨ ਅੰਦੋਲਨ ਨੂੰ ਸੱਤਾ ਤੋਂ ਦੂਰ ਰੱਖਣ ਵਾਲੇ ਕਿਸਾਨ ਆਗੂ ਹੁਣ ਸੱਤਾ 'ਚ ਪੈਰ ਰੱਖਣ ਦਾ ਮਨ ਬਣਾ ਰਹੇ ਨੇ। ਇਸ ਦੇ ਸੰਕੇਤ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਿੱਤੇ ਨੇ। ਗੁਰਨਾਮ ਚੜੂਨੀ ਭਾਵੇਂ ਹਰਿਆਣਾ ਨਾਲ ਸੰਬੰਧਿਤ ਨੇ, ਪਰ ਉਹਨਾਂ ਨੇ ਨਾਰਾ ਮਿਸ਼ਨ ਪੰਜਾਬ ਦਾ ਦਿੱਤਾ ਹੈ। ਗੁਰਨਾਮ ਚੜੂਨੀ ਨੇ ਕਿਹਾ ਕਿ ਸਾਨੂੰ ਸਿਆਸੀ ਤੌਰ ਤੇ ਮਿਸ਼ਨ ਪੰਜਾਬ ਫਤਿਹ ਕਰਨ ਲਈ ਪੂਰਾ ਪਲਾਨ ਤਿਆਰ ਕਰਨਾ ਚਾਹੀਦਾ ਹੈ। अगर हमने व्यवस्था परिवर्तन चाहिए तो फिर हमें एक प्लान बनाना पड़ेगा, बड़े प्लान से काम करना पड़ेगा। प्लान बनाइए मिशन पंजाब। ਗੁਰਨਾਮ ਚੜੂਨੀ ਦਾ ਤਰਕ ਹੈ ਕਿ ਹੁਣ ਸਾਨੂੰ ਏਜੰਡਾ ਬਦਲਣ ਦੀ ਲੋੜ ਹੈ।
ਹੁਣ ਤੱਕ ਅਸੀਂ ਸਿਰਫ ਨੈਗੇਟਿਵ ਤਰੀਕੇ ਨਾਲ ਸੋਚ ਰਹੇ ਸੀ ਕਿਉਂਕਿ ਸਾਡਾ ਨਿਸ਼ਾਨਾ ਬੀਜੇਪੀ ਨੂੰ ਹਰਾਉਣ ਦਾ ਸੀ, ਪਰ ਹੁਣ ਸਾਨੂੰ ਕਿਸੇ ਨੂੰ ਹਰਾਉਣ ਦੀ ਥਾਂ ਕਿਸਾਨਾਂ ਮਜ਼ਦੂਰਾਂ ਨੂੰ ਸਿਆਸੀ ਪਿੜ 'ਚ ਜਿਤਾਉਣ ਦਾ ਟੀਚਾ ਮਿਥਣਾ ਚਾਹੀਦਾ ਹੈ ਤੇ ਇਸ ਲਈ ਪੰਜਾਬ ਬਿਹਤਰ ਚਾਹੁੰਦਾ ਹੈ। हमारी सोच है नेगेटिव कि इसको रगड़ना है। हमारी सोच ये नहीं है कि हमने किसको बनाना है। हमारी सोच ये नहीं है कि हम नया निर्माण के लिए क्या करें। ਚੜੂਣੀ ਇਹ ਵੀ ਦਾਅਵਾ ਕਰਦੇ ਨੇ ਕਿ ਕਿਸਾਨਾਂ 'ਚ ਬੀਜੇਪੀ ਨੂੰ ਹਰਾਉਣ ਦੀ ਤਾਕਤ ਹੈ, ਪਰ ਇਸ ਨਾਲ ਮਸਲਾ ਹੱਲ ਨਹੀਂ ਹੋਵੇਗਾ ਕਿਉਂਕਿ ਦੂਜੀਆਂ ਸਿਆਸੀ ਧਿਰਾਂ ਨੇ ਵੀ ਕਿਸਾਨ ਮਜ਼ਦੂਰ ਤੇ ਵਪਾਰੀ ਵਰਗ ਦਾ ਕੋਈ ਭਲਾ ਨਹੀਂ ਕੀਤਾ। ਇਸ ਲਈ ਜ਼ਰੂਰੀ ਹੈ ਕਿ ਕਿਸਾਨ ਆਗੂ ਸਿਆਸੀ ਸੱਤਾ ਆਪਣੇ ਹੱਥ 'ਚ ਲੈਣ ਤੇ ਕੁਝ ਕਰਕੇ ਦਿਖਾਉਣ ਤਾਂ ਜੋ ਪੰਜਾਬ ਦਾ ਮਾਡਲ ਦੇਸ਼ 'ਚ ਪੇਸ਼ ਕੀਤਾ ਜਾ ਸਕੇ। अगर वो पंजाब में चुनाव में उतर जाएं और पंजाब की सत्ता अपने हाथ में ले लें, अगर हम पंजाब में एक सैंपल एक मॉडल तैयार कर दें कि हाँ सरकार तो ऐसे चलती है और वो सैंपल पूरे देश के अंदर जाए। ਪੱਛਮੀ ਬੰਗਾਲ 'ਚ ਬੀਜੇਪੀ ਦੀ ਹਾਰ ਦੇ ਨਾਲ ਕਿਸਾਨ ਨਵੇਂ ਜੋਸ਼ 'ਚ ਨੇ ਤੇ ਅਗਲਾ ਟੀਚਾ ਉੱਤਰਾਖੰਡ ਤੇ ਯੂਪੀ ਦਾ ਮਿੱਥਿਆ ਹੈ, ਪਰ ਗੁਰਨਾਮ ਚੜੂਣੀ ਦਾ ਮੰਨਣਾ ਹੈ ਕਿ ਯੂਪੀ ਤੋਂ ਵੀ ਵੱਡਾ ਟੀਚਾ ਪੰਜਾਬ ਦਾ ਹੋਣਾ ਚਾਹੀਦਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੜੂਣੀ ਦੇ ਬਿਆਨ ਦੇ ਉੱਤੇ ਇਤਰਾਜ਼ ਜਤਾ ਰਹੀਆਂ ਨੇ ਤੇ ਇਸ ਸਭ ਦੇ ਵਿਚਾਲੇ ਬੀਜੇਪੀ ਚੜੂਣੀ ਦੇ ਬਿਆਨ ਨੂੰ ਲੈ ਕੇ ਹਮਲਾਵਰ ਹੈ। ਬੀਜੇਪੀ ਮੁਤਾਬਕ ਕਿਸਾਨ ਆਗੂਆਂ ਦੀ ਮਨਸ਼ਾ ਸਾਹਮਣੇ ਆ ਰਹੀ ਹੈ, ਪਰ ਹੌਲੀ-ਹੌਲੀ ਆਮ ਕਿਸਾਨਾਂ ਨੂੰ ਸਮਝ ਆ ਜਾਵੇਗੀ ਕਿ ਉਹਨਾਂ ਦਾ ਤਾਂ ਇਸਤੇਮਾਲ ਕੀਤਾ ਗਿਆ ਹੈ। ਗੱਲ ਇਹ ਹੈ, ਜਿਸ ਤਰ੍ਹਾਂ ਦੀ ਬਿਆਨਬਾਜ਼ੀ, ਜਿਸ ਤਰ੍ਹਾਂ ਦੀਆਂ ਗੱਲਾਂ ਚੜੂਣੀ ਸਾਹਿਬ ਕਰਦੇ ਆ, ਉਹਦੇ ਨਾਲ ਤਾਂ ਮੁਲਕ 'ਚ ਅਰਾਜਕਤਾ ਫੈਲ ਸਕਦੀ ਹੈ। ਔਰ ਇਹ ਅਸਲ 'ਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਅੰਦੋਲਨ ਆ ਔਰ ਇਹ ਅੰਦੋਲਨ ਲੋਕਤਾਂਤਰਿਕ ਨਹੀਂ ਹੈਗਾ, ਹਿੰਸਕ ਆ। ਔਰ ਕਿਸੇ ਦੀਆਂ ਜਾਇਦਾਦਾਂ 'ਤੇ ਜਾ ਕੇ ਭੰਨ ਤੋੜ ਕਰਨਾ, ਕਿਸੇ ਦੀਆਂ ਦੁਕਾਨਾਂ ਬੰਦ ਕਰਾਉਣਾ, ਕਿਸੇ ਦੇ ਪੈਟਰੋਲ ਪੰਪ ਬੰਦ ਕਰਾਉਣਾ, ਕਿਸੇ ਦੇ ਟੋਲ ਬੰਦ ਕਰਾਉਣਾ, ਇਹ ਕੋਈ ਅੰਦੋਲਨ ਜਿਹੜਾ ਸ਼ਾਂਤਮਈ ਅੰਦੋਲਨ नहीं है। लोकतंत्र आगे देखते जाओ होता क्या है। असल तो हुण इन्हां दी बिल्ली जिहड़ी है थैले तो बाहर आ रही है ते आ जूगी। ये गल नहीं है लोगों को पता नहीं सी। ग्रेवाल साहब पहले कहते सी, असीं भी पहले कहते सी भी इन्हां दा मिशन और है। चड़ूणी साहब की है, टकैत साहब की है, इन्हां दी सारियां दी सोच है। टकैत साहब दी तां है भी कि मैं यूपी दा मुख मंत्री बना, राजेवाल दा साहब दी है कि मैं इत्थे मुख मंत्री बना, और चड़ूणी साहब दी है कि मैं हरियाणे दा मुख मंत्री बना। ये तो मुख मंत्री दे लड्डू वंडी फिरदे, किसानां दी कदों इन्हां चिंता है। उधर हरियाणा के मुख्य मंत्री मनोहर लाल ने कहा कि किसानी अंदोलन के पिछे सियासी साजिश है, किसानों के हित के नाल कोई वास्ता इस अंदोलन का नहीं है। हम कहते हैं वही उन्होंने कही है, उसमें कौन सी दो बड़ी बात है। आखिर वो ये कह रहे हैं कि पंजाब के लोगों को चुनाव लड़ना चाहिए, हम भी यही कह रहे हैं कि राजनीति है इसके पीछे, तो राजनीति से प्रेरित हो करके और वो इस अभियान को चलाए हुए हैं, इस आंदोलन को चलाए हुए हैं। इस आंदोलन में किसानों की समस्याओं को लेकर के किसी प्रकार का कोई भी उनका सरोकार नहीं। तो बीजेपी हमलावर इस पूरे मामले च नजर आ रही है, पर दूजे पासे कांग्रेस का बयान नपे तोले शब्दों के विच है। गुरनाम चड़ूनी के बयान से कांग्रेस के विधायक राजकुमार वेरका ने कहा कि किसान समझदार ने, किसान सड़कों पर घूम रहे हैं, किसान अपनी फसल ते नस्ल के मुद्दे के उत्ते संघर्ष कर रहे हैं। देखिए, मैं समझता हूँ कि उन्हें किसानों को रोल मॉडल के तौर पे इसलिए देखा जाता है कि आज किसान की हालत क्या है। किसान सड़कों पे रुल रहे हैं और किसान को डर अपनी नस्ल और फसल का है, और दोनों नरेंद्र मोदी की गवर्नमेंट तबाह करने की कोशिश कर रही है। तो मुझे लगता है कि ये लड़ाई को बीजेपी के खिलाफ किसानों को और सब पंजाबियों को एक साथ रह कर के लड़ना होगा। और ऐसा नहीं पॉसिबल हो सकता कि आप कहें कि भैया किसी एक व्यक्ति के साथ लड़ा जा सकता है। मैं समझता हूँ ये पंजाबियों का मामला है, पूरे पंजाब का मामला है, और पंजाब पूरे का पूरा एक साथ खड़ा है। और ये किसानों को भी मैं कहूँगा कि वो फैसला करें कि उनके कौन। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ, ਜਿਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਰੋਹਤਕ ਦੇ ਵਿੱਚ ਰੀਅਲ ਏਸਟੇਟ ਡਿਵੈਲਪਰ ਨੂੰ ਜ਼ਮੀਨ ਜਾਰੀ ਕਰਨ ਦੇ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਕਰੇਗੀ, ਆਦੇਸ਼ ਦਿੱਤੇ ਨੇ ਸੁਪਰੀਮ ਕੋਰਟ ਨੇ।
ਜੀ ਮਾਮਲੇ ਦੀ ਜਾਂਚ ਸੀਬੀਆਈ ਦੇ ਵੱਲੋਂ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ। ਪਹਿਲਾਂ ਆਈਏਐਸ ਅਧਿਕਾਰੀ ਤੇ ਰਿਟਾਇਰਡ ਜੱਜ ਤੋਂ ਕਰਵਾਈ ਗਈ ਸੀ ਜਾਂਚ, ਹੁਣ ਸੱਚਾਈ ਜਾਣਨ ਦੇ ਲਈ ਜਾਂਚ ਦਾ ਜ਼ਿੰਮਾ ਸੀਬੀਆਈ ਨੂੰ ਸੌਂਪਿਆ ਗਿਆ। तो अंदाजिए कि हुड्डा सरकार के दौरान ही मानेसर के 3 पिंडां दे 912 एकड़ जमीन के अक्वायर मामले की जांच भी सुप्रीम कोर्ट ने सीबीआई नूं सौंपी। रुख करते हैं साडे सहयोगी इस समय फोन लाइन ते साडे नाल ने सुशील पांडे दिल्ली तो। सुशील, जानना चाहेंगे क्या कुछ आदेश सुप्रीम कोर्ट की तरफ से इस पूरे मामले में, और मामला भी अगर दर्शकों को बता पाए। आज देखिए, पूरा जो मामला है वो रोहतक में फिलहाल 422 करोड़ लैंड डील से जुड़ा हुआ मामला है, जिसमें फिलहाल सुप्रीम कोर्ट ने ये आदेश जारी किया है कि उस दौरान जो जमीन का अधिग्रहण किया गया था, और फिलहाल इस जमीन का अधिग्रहण एक प्राइवेट कंपनी है उसको दिया गया था, उसमें कुछ अनियमितता बरती गई थी, जिसको लेकर फिलहाल ये शिकायत की गई थी। हालांकि इससे पहले सुप्रीम कोर्ट ने इस पूरे मामले में कहीं ना कहीं जो उदार गगन बिल्डर है उनको जो दी गई थी उसमें कथित अनियमितता बरती गई थी, जिसको लेकर एक जो पूर्व जज है उनके द्वारा इस मामले की जांच कराई गई। हालांकि जांच में ये बताया गया कि जो जमीन दी गई थी उस पूरी जमीन में कहीं ना कहीं अनियमितता बरती गई है, क्योंकि उस दौरान जब ये जमीन बिल्डर को दी गई थी तो उसमें नियमों को ताक पर रखा गया था। हालांकि ठीक है, तो नियमों को ताक पर रखा गया। सुशील, बहुत क्लियर, आवाज भी आपकी नहीं आ रही है। शुक्रिया, धन्यवाद हमारे साथ जुड़ने के लिए। तो पूरा मामला जिहड़ा हैगा कि जिहड़े प्रोसीजर फॉलो होना चाहिए सी कानून के मुताबिक वो नहीं होया, इल्जाम ने हुण इस पूरे मामले नूं सीबीआई के हवाले सुप्रीम कोर्ट ने किया। सुप्रीम कोर्ट इस पूरे मामले दे विच जांच करेगी।